ਭਗਤਾਂ ਵਿੱਚੋਂ ਭਗਤ ਨਾਮਦੇਵ ਮਹਾਰਾਜ ਜੀ ਹੋਏ ਨੇ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਪਾਵਨ ਉਪਦੇਸ਼ ਬਖਸ਼ਦੇ ਨੇ। ਭਗਤ ਨਾਮਦੇਵ ਮਹਾਰਾਜ ਜੀ। ਪਾਰ ਬ੍ਰਹਮ ਜੇ ਚੈਨ ਸੀ, ਆਸਾ ਤੇ ਨਾ ਭਾਵ ਸੀ। ਰਾਮਾ ਭਗਤੈ ਚੇਤੀ ਅਲੇ, ਅਚਿੰਤ ਮਨ ਰਾਖਸੀ। ਜੋ ਪਰਿਪੂਰਨ ਪਰਮਾਤਮਾ ਨੂੰ ਜਾਣੇਗਾ ਮਨ ਕਰਕੇ, ਉਸ ਪਰਿਪੂਰਨ ਪਰਮਾਤਮਾ ਦੀ ਯਾਦ ਚਿੰਤਨ ਵਿੱਚ ਜੁੜੇਗਾ। ਜੋ ਜਾਣਦੇ ਨੇ ਤੇ ਇਹਨਾਂ ਨੂੰ ਅਨੈ ਪਦਾਰਥਾਂ ਦੀ ਆਸਾ ਫਿਰ ਨਹੀਂ ਪਾਵੇਗੀ। ਭਾਵ ਉਹ ਜਗਤ ਦੀ ਆਸ਼ਨਾਵਾਂ ਵਾਸ਼ਨਾਵਾਂ ਤੋਂ ਨਿਰਲੇਪ ਹੋ ਜਾਂਦੇ ਨੇ, ਜਿਨ੍ਹਾਂ ਨੂੰ ਚਿੱਤ ਮੇਰਾ ਵਾਹਿਗੁਰੂ ਆਉਂਦਾ ਹੈ। ਪਦਾਰਥਾਂ ਨੂੰ ਫਿਰ ਨਹੀਂ ਚਾਹੁੰਦੇ, ਉਹਨਾਂ ਦੀ ਕੋਈ ਮੰਗ ਹੀ ਨਹੀਂ ਰਹਿੰਦੀ। ਜੋ ਭਗਤ ਵਾਹਿਗੁਰੂ ਨੂੰ ਸਿਮਰਦੇ ਨੇ ਤੇ ਇਹਨਾਂ ਦੇ ਮਨ ਨੂੰ ਰਾਮ ਅਚਿੰਤ ਰਾਖਸੀ, ਚਿੰਤਾ ਤੇ ਰਹਿਤ ਰੱਖਦਾ ਹੈ, ਰੱਖਣਗੇ। ਭਗਤ ਜੀ ਫਰਮਾਉਂਦੇ ਨੇ, ਰਾਮਾ ਭਗਤ ਹੈ ਚੇਤੀ ਅਲੇ। ਜੋ ਜਪਦੇ ਨੇ ਅਰਾਧਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ। ਪਰਮੇਸ਼ਰ ਅਚਿੰਤ ਰੱਖਦਾ ਹੈ ਆਪਣੇ ਜਨਾਂ। ਅਚਿੰਤ ਮਨ ਰਾਖਸੀ, ਕਿਉਂਕਿ ਰਾਮ ਅਚਿੰਤ ਰਾਖਸੀ, ਚਿੰਤਾ ਤੇ ਰਹਿਤ ਰੱਖਦਾ ਹੈ, ਰੱਖੇਗਾ ਜੋ ਜਪੇਗਾ। ਕੈਸੇ ਮਨ ਤਰੇਗਾ ਰੇ ਸੰਸਾਰ, ਸਾਗਰ ਵਿਖੈ ਕੋ ਬਨਾ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨੋ। ਕੈਸੇ ਮਨ ਤਰੇਗਾ ਰੇ ਸੰਸਾਰ, ਸਾਗਰ ਵਿਖੈ ਕੋ ਬਨਾ। ਮਨ ਨੂੰ ਸੰਬੋਧਨ ਕਰਦੇ ਆ ਭਗਤ ਨਾਮਦੇਵ ਮਹਾਰਾਜ ਜੀ ਬਚਨ ਕਹਿੰਦੇ ਨੇ, ਕਿ ਪਿਆਰਿਆ ਮਨਾ, ਤੂੰ ਸੰਸਾਰ ਸਾਗਰ ਤੋਂ ਕਿਵੇਂ ਤਰੇਗਾ, ਕਿਵੇਂ ਕਠਿਨ ਸਾਗਰ ਤੋਂ ਪਾਰ ਹੋਵੇਗਾ। ਕਿਉਂਕਿ ਇਸ ਸਾਗਰ ਵਿੱਚ ਬਿਖ ਦਾ ਜਲ ਹੈ। ਬਿਖ ਕਹਿੰਦੇ ਨੇ ਜ਼ਹਿਰ ਨੂੰ। ਇਸ ਸਾਗਰ ਵਿੱਚ ਬਿਖ ਦਾ ਜਲ ਵਿਸ਼ਿਆਂ ਦਾ ਹੀ ਬਣਿਆ ਹੋਇਆ। ਝੂਠੀ ਮਾਇਆ ਹੈ ਉਹ ਸੱਚੀ ਨਹੀਂ, ਇਹ ਮਾਇਆ ਝੂਠੀ ਹੈ। ਜੁਗ ਜਗਤ ਵਿੱਚ ਜੋ ਆਪਾਂ ਵਿਚਰਦੇ ਹਾਂ, ਸੋ ਇਸ ਨੂੰ ਦੇਖ ਕਰਕੇ ਹੀ ਪਿਆਰਿਆ ਮਨਾ ਕਿਉਂ ਭੁੱਲ ਰਿਹਾ। ਇਹ ਮਾਇਆ ਝੂਠੀ, ਵਿਸ਼ੇ ਵਕਾਰਾਂ ਦੇ ਸੁੱਖ ਭੋਗ ਰਸ ਝੂਠੇ ਨੇ। ਕਿਉਂਕਿ ਵਿਸ਼ੇ ਸੁੱਖ ਸਦੀਵੀ ਬਣਿਆ ਨਹੀਂ ਰਹਿੰਦਾ। ਅਖਿਣ ਭੰਗਰ ਘੜੀ ਮੋਹਤ ਰੰਗ ਮਾਣ, ਫਿਰ ਬਹੁਤ ਬਹੁਤ ਪੁੱਛਦਾ, ਫਿਰ ਪਛਤਾਉਂਦਾ ਹੈ। ਨਿਮਕ ਕਾਮ ਸਵਾਦ ਕਾਰਨ, ਕੋਟ ਦਿਨ ਦੁਖ ਪਾਵੇ। ਘੜੀ ਮੋਹਤ ਰੰਗ ਮਾਣ, ਬਹੁਤ ਬਹੁਤ ਪਛਤਾਵੇ, ਫਿਰ ਪਛਤਾਉਂਦਾ। ਕਿਉਂਕਿ ਇੱਕ ਨਿਮਕ ਦੇ ਕਾਮ ਦੇ ਬਦਲੇ, ਰਸ ਦੇ ਬਦਲੇ ਮਨੁੱਖ ਕਰੋੜਾਂ ਦਿਨ ਦੁੱਖ ਪਾਉਂਦਾ। ਸਤਿਗੁਰਾਂ ਦੇ ਵਚਨ ਨੇ, ਕਰੋੜਾਂ ਦਿਨ ਦੁੱਖ। ਕਿਉਂਕਿ ਇਹ ਖਿੜ ਭੰਗਰ ਨੇ। ਇਹ ਸੁੱਖ ਵਿਸ਼ੇ ਸੁੱਖ ਮਾਇਆ ਇਹ ਵੀ ਝੂਠੀ ਹੈ, ਸੱਚੀ ਨਹੀਂ। ਇਹ ਸਦੀਵੀ ਰਹਿਣ ਵਾਲੀ ਵੀ ਨਹੀਂ, ਅੱਜ ਤੱਕ ਇਹ ਕਿਸੇ ਦੀ ਬਣੀ ਹੀ ਨਹੀਂ। ਕੈਸੇ ਮਨ ਤਰੇਗਾ ਰੇ ਸੰਸਾਰ, ਸਾਗਰ ਵਿਖੈ ਕੋ ਬਨਾ। ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨ। ਤੂੰ ਭੁੱਲ ਗਿਆ ਪਰਮੇਸ਼ਰ ਨੂੰ। ਛੀਪੇ ਕੇ ਕਰ ਜਨਮ ਲੈਲਾ, ਗੁਰ ਉਪਦੇਸ਼ ਪਹਿਲਾ। ਸੰਤਾਂ ਕੈ ਪ੍ਰਸਾਦ ਨਾਮਾ, ਹਰ ਭੇਟ ਲਾ। ਭਗਤ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਛੀਪੇ ਕੇ ਕਰ ਜਨਮ ਲੈਲਾ, ਗੁਰ ਉਪਦੇਸ਼ ਪਹਿਲਾ। ਕਰਮਾਂ ਨੇ ਮੈਨੂੰ ਸ਼ੀਬੇ ਦੇ ਘਰ ਵਿੱਚ ਜਨਮ ਦਿੱਤਾ। ਮੈਂ ਸ਼ੀਬੇ ਦੇ ਘਰ ਜਨਮ ਹੋਇਆ ਕਰਮਾਂ ਦੇ। ਕਿਉਂਕਿ ਮੇਰੇ ਕਰਮ ਸੀ ਤਾਂ ਜਨਮ ਹੋਇਆ। ਕਿਉਂਕਿ ਜਨਮ ਦਾ ਸੰਬੰਧ ਕਰਮਾਂ ਨਾਲ ਹੈ। ਵੈਸਾ ਜਨਮ ਹੋ ਜਾਂਦਾ।
ਧਨਾੜ ਸ਼ਾਹੂਕਾਰਾਂ ਦੇ ਘਰ, ਗਰੀਬਾਂ ਦੇ ਘਰ, ਅਮੀਰਾਂ ਦੇ ਘਰ। ਪਾਤਸ਼ਾਹ ਫਰਮਾਉਂਦੇ ਨੇ, ਛੀਪੇ ਕੇ ਘਰ ਜਨਮ ਦੈਲਾ, ਗੁਰੂ ਉਪਦੇਸ਼ ਪਹਿਲਾ। ਕਰਮਾਂ ਨੇ ਮੈਨੂੰ ਛੀਪੇ ਦੇ ਘਰ ਵਿੱਚ ਜਨਮ ਦਿੱਤਾ ਸੀ, ਪਰੰਤੂ ਇਹ ਚੰਗਾ ਹੋਇਆ। ਭਗਤ ਜੀ ਨੇ ਮਾੜਾ ਨਹੀਂ ਆਖਿਆ, ਚੰਗਾ ਹੋਇਆ ਕਿ ਗੁਰੂ ਉਪਦੇਸ਼ ਮੈਨੂੰ ਮਿਲ ਗਿਆ। ਭਾਵੇਂ ਜਨਮ ਮੇਰਾ ਛੀਪੇ ਦੇ ਘਰ ਹੋਇਆ, ਪਰ ਮੈਨੂੰ ਪੂਰੇ ਗੁਰੂ ਦਾ ਉਪਦੇਸ਼ ਸੰਦੇਸ਼ ਮਿਲ ਗਿਆ। ਕੈਸਾ ਗੁਰੂ, ਬ੍ਰਹਮ ਸਰੋਤ ਦੀ ਬ੍ਰਹਮ ਦੇਸ਼ਟੀ, ਮੈਨੂੰ ਗੁਰੂ ਮਿਲਿਆ ਜੋ ਰੱਬ ਪਰਮੇਸ਼ਰ ਨਾਲ ਜੁੜਿਆ ਹੋਇਆ ਸੰਤ ਮਹਾਤਮਾ ਦੀ ਕਿਰਪਾ ਤੇ ਨਾਮਾ ਹਰੀ ਨਾਲ ਮਿਲ ਗਿਆ। ਸੰਤ ਹੈ ਕਹਿ ਪ੍ਰਸਾਦ, ਨਾਮਾ ਹਰ ਭੇਟ ਲਾ। ਇੱਕ ਰੂਪ ਉਸ ਖਰੀ ਪਰਮਾਤਮਾ ਨਾਲ ਹੋਇਆ, ਕਿਰਪਾ ਸੰਤਾਂ ਦੀ ਹੋਈ, ਪ੍ਰਸਾਦ ਬਖਸ਼ਿਸ਼ ਸੰਤਾਂ ਦੀ ਹੋਈ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ, ਕੁੰਚਰ ਏਕ ਦੋਖ ਵਿਨਾਸ਼। ਪੰਜ ਦੋਖ ਅਸਾਧ ਜਾਮਹਿ, ਤਾਂ ਕੀ ਕੇਤਕ ਆਸ। ਭਗਤ ਰਵਿਦਾਸ ਮਹਾਰਾਜ ਜੀ ਪਰਮੇਸ਼ਰ ਦੇ ਪਿਆਰੇ ਭਗਤ। ਭਗਤ ਭਗਤ ਜਗ ਵਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ ਵੱਜ ਗਿਆ। ਵਡਿਆਈ ਹੋਈ ਰਾਜੇ ਮਹਾਰਾਜੇ, ਚਰਨਾਂ ਦੇ ਪੌਦੇ ਬਣ ਗਏ। ਭਗਤ ਰਵਿਦਾਸ ਮਹਾਰਾਜ ਜੀ ਆਪਣੀ ਪਾਵਨ ਬਾਣੀ ਵਿੱਚ ਉਪਦੇਸ਼ ਦਿੰਦੇ ਨੇ ਕਿ ਵਿਖਿਆਂ ਦੀ ਬੜੀ ਪਦਬਲ ਨੇ, ਬੜੇ ਬਲ ਵਾਲੇ ਵਿਸ਼ੇ ਨੇ। ਉਹ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹੋਏ ਉਪਦੇਸ਼ ਦਿੰਦੇ ਨੇ। ਮ੍ਰਿਗ ਮੀਨ ਭ੍ਰਿੰਗ ਪਤੰਗ, ਕੁੰਚਰ ਏਕ ਦੋਖ ਵਿਨਾਸ਼। ਹੀ ਮੇਰੀ ਪਰਿਪੂਰਨ ਪਰਮਾਤਮਾ, ਮ੍ਰਿਗ ਮੀਨ ਭੌਰਾ ਤੇ ਪਤੰਗਾ, ਹਾਥੀ, ਇਹ ਸ਼ਬਦ ਰਸ ਗੰਧ ਰੂਪ ਸਪਰਸ਼, ਇਨ ਇੱਕ ਇੱਕ ਵੇਖੇ ਦੋਖਾਂ ਨਾਲ ਨਾਸ ਹੋ ਜਾਂਦੇ ਨੇ। ਇੱਕ ਇੱਕ ਦੋਸ਼ਾਂ ਨਾਲ ਜ਼ਿਆਦੇ ਨਹੀਂ। ਇਹ ਪੰਜੇ ਵਿਖ ਰੂਪ ਦੋਖ ਜੋ ਕਿਸੇ ਪ੍ਰਕਾਰ ਹਟ ਨਹੀਂ ਸਕਦੇ। ਅਸਾਧ ਰੋਗ ਉਸ ਨੂੰ ਕਹਿੰਦੇ ਨੇ ਜੋ ਨਾ ਉਸ ਦਾ ਇਲਾਜ ਹੋਵੇ, ਨਾ ਹਟ ਸਕੇ। ਅਸਾਧ ਰੋਗ ਜੋ ਸਾਧਿਆ ਨਾ ਜਾਵੇ, ਕਿਸੇ ਪ੍ਰਕਾਰ ਵੀ ਹਟਣਾ। ਜਿਸ ਵਿੱਚ ਹੈ ਇਸ ਦੀ ਕਹਾਂ ਤੱਕ ਹੀ ਆਸਾ ਹੈ, ਉਹ ਤਾਂ ਸੀਕਰ ਹੀ ਨਸ਼ਟ ਹੋ ਜਾਵੇਗਾ। ਕਿਉਂਕਿ ਪੰਜ ਦੋਖ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਔਰ ਮ੍ਰਿਗ ਮੀਨ ਭ੍ਰਿੰਗ ਪਤੰਗ, ਕੁੰਚਰ ਏਕ ਦੋਖ ਵਿਨਾਸ਼। ਇਹਨਾਂ ਨੂੰ ਇੱਕ ਦੋਖ ਨੇ ਹੀ ਵਿਨਾਸ਼ ਕਰ ਦਿੱਤਾ। ਮ੍ਰਿਗ ਨੂੰ ਵੀ, ਮੀਨ ਨੂੰ ਵੀ, ਭ੍ਰਿੰਗ ਨੂੰ, ਪਤੰਗ ਨੂੰ, ਕੁੰਚਰ ਨੂੰ, ਇੱਕ ਦੋਸ਼। ਜਿਸ ਬਾਜਿਸ ਤੇ ਪੰਜ ਨੇ, ਉਹ ਕਿਵੇਂ ਉਸ ਦੀ ਆਸਾ ਹੈ? ਉਹ ਸ਼ੀਘਰ ਹੀ ਨਸ਼ਟ ਹੋ ਜਾਵੇਗਾ। ਭਗਤ ਜੀ ਫਰਮਾਉਂਦੇ ਨੇ, ਮਾਧੋ ਅਵਿਦਿਆ ਖਿਤ ਕੀਨ, ਬਬੇਕ ਦੀਪ ਮਲੀਨੋ। ਕਿ ਮਾਧਵ ਅਗਿਆਨੀ ਜੀਵਾਂ ਨੇ ਅਗਿਆਨ ਰਚਤ ਸੰਸਾਰ ਵਿੱਚ ਹਿਤ ਕੀਤਾ, ਪ੍ਰੇਮ ਕੀਤਾ, ਜਿਸ ਹਿੱਸੇ ਗਿਆਨ ਰੂਪ ਦੀਵਕ ਮਲੀਨ ਹੋ ਗਿਆ। ਕਿਉਂਕਿ ਹਿਤ ਸੰਸਾਰ ਨਾਲ ਕੀਤਾ, ਜੋ ਗਿਆਨ ਰੂਪ ਦੀਵਕ ਉਹਨਾਂ ਦਾ ਮਲੀਨ ਹੋ ਗਿਆ। ਅਗਿਆਨੀ ਸੀ, ਅਵਿਦਿਆ ਵਿੱਚ ਰਚੇ ਹੋਏ ਸਨ, ਸੋਝੀ ਨਹੀਂ ਸੀ। ਰਹਿਗਦ ਜੋਨ ਅਚੇਤ, ਸੰਭਵ ਪੁੰਨ ਪਾਪ ਅਸੋਚ। ਮਾਨੁਖਾ ਅਵਤਾਰ ਦੁਲਭ, ਤੇਹੀ ਸੰਗਤ ਬੋਝ। ਟੇਢੀਆਂ ਜੁਨੀਆਂ ਨੇ, ਕੈਸੀਆਂ ਜੁਨੀਆਂ? ਸਭ ਵਿਸ਼ੂਵਾਦ ਕੇ ਟੇਢੀਆਂ ਜੁਨੀਆਂ ਨੇ। ਅਗਿਆਤ ਉਤਪੰਨ ਹੋ ਗਈ, ਅਚੇਤ ਸੰਭਵ। ਇਹਨਾਂ ਨੂੰ ਪਾਪ ਪੁੰਨ ਦਾ ਸੋਚ ਨਹੀਂ ਹੈ, ਨਾ ਸੱਪ ਨੂੰ, ਨਾ ਵਿਛੂ ਨੂੰ।
ਮਨੁੱਖ ਅਵਤਾਰ ਆਦਿਕ ਹੋਰ ਜੂਨੀਆਂ ਨੇ, ਇਹਨਾਂ ਨੂੰ ਸੋਚ ਹੀ ਨਹੀਂ ਕਿ ਪਾਪ ਕੀਤੇ ਪੁੰਨ ਕੀ। ਇਹ ਮਨੁੱਖ ਅਵਤਾਰ ਹੋਣਾ ਅਤਿਅੰਤ ਪਿਆਰਿਓ ਬੜਾ ਦੁਰਲਭ ਹੈ। ਜਿੱਥੇ ਮਨੁੱਖ ਨੂੰ ਸੋਝੀ ਗਏ ਇਹ ਪਾਪ ਹੈ, ਇਹ ਪੁੰਨ ਹੈ, ਇਹ ਚੰਗਾ ਹੈ, ਮਾੜਾ ਹੈ, ਪਤਾ ਹੈ। ਇਹ ਦੁਰਲਭ ਅਮੋਲਕ ਜਨਮ ਦੁਰਲਭ ਹੈ ਸੋ ਪ੍ਰਾਪਤ ਹੋਇਆ, ਪਰੰਤੂ ਕਾਮ ਆਦਿ ਨੀਚਾਂ ਦੀ ਸੰਗਤ ਕਰਕੇ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਨੀਚਾਂ ਦੀ ਵਿਕਾਰਾਂ ਦੀ ਸੰਗਤ ਤ੍ਰਿਗਦ ਜੂਨੀਆਂ ਦੇ ਸਮਾਨ ਹੋ ਗਿਆ। ਤ੍ਰਿਗਦ ਜੂਨੀਆਂ ਦੇ ਇਸ ਵਿੱਚ ਵੀ ਨੀਚਾਂ ਦੀ ਸੰਗਤ ਰਹੀ। ਮਨੁੱਖਾ ਜਨਮ ਮਿਲਿਆ ਸੀ ਪਰ ਲਾਹਾ ਨਾ ਲੈ ਸਕਿਆ। ਤ੍ਰਿਗਦ ਜੂਨੀਆਂ ਦੇ ਸਮਾਨ ਕਿਉਂਕਿ ਵਿਕਾਰਾਂ ਵਿੱਚ ਗਸਿਆ ਗਿਆ। ਭੱਟ ਜੀ ਫਰਮਾਉਂਦੇ ਨੇ, ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ, ਕਾਲ ਫਾਂਸ ਅਬਦ ਲਾਗੇ ਕਛ ਨਾ ਚਲੇ ਉਪਾਏ। ਕਰਮਾਂ ਦੇ ਵਸ ਹੋ ਕੇ ਛੋਟੇ ਵੱਡੇ ਜੀਵ ਜਿਸ ਜਿਸ ਸਥਾਨ ਵਿੱਚ ਜਾਂਦੇ ਨਹੀਂ ਲੱਗਦੇ ਨੇ। ਕਾਲ ਦੀ ਫਾਂਸੀ ਜੋ ਨਾਸ ਤੋਂ ਰਹਿਤ ਹੈ ਪਿਆਰਿਓ, ਤਾਹਾਂ ਤਾਹਾਂ ਹੀ ਤਿਨਾਂ ਨੂੰ ਜਾ ਲੱਗਦੀ ਹੈ ਕਾਲ ਦੀ ਫਾਂਸੀ। ਭਾਵੇਂ ਬੜਾ ਬਚਣ ਦਾ ਯਤਨ ਕਰ, ਕਾਲ ਦੇ ਵਸ ਪੈ ਜਾਂਦੇ, ਫਸਾ ਲੈਂਦੀ ਹੈ ਫਸਲੀ। ਤਿਨਾਂ ਦੇ ਨਾਮ ਕਰਨੇ ਵਿੱਚ ਕੋਈ ਉਪਾਅ ਨਹੀਂ ਚੱਲਦਾ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਵਸ ਜਾਏ, ਕਾਲ ਫਾਂਸ ਅਬਦ ਲਾਗੇ ਕਛ ਨਾ ਚੱਲੇ ਉਪਾਏ। ਕੋਈ ਉਪਾਅ ਨਹੀਂ ਚੱਲਦਾ, ਕੋਈ ਯਤਨ ਨਹੀਂ ਚੱਲਦਾ ਬਚਣ ਦਾ। ਰਵਿਦਾਸ ਦਾਸ ਉਦਾਸ ਤਜ, ਭ੍ਰਮ ਤਪਨ ਤਪ ਗੁਰ ਗਿਆਨ। हे ਮਾਧਵ, ਮੈਂ ਰਵਿਦਾਸ ਆਪ ਦਾ ਦਾਸ ਇਸ ਅਵਸਥਾ ਨੂੰ ਦੇਖ ਕੇ ਉਦਾਸ ਹੋ ਗਿਆ। ਭ੍ਰਮ ਨੂੰ ਤਿਆਗ ਕੇ, ਭਰਮ ਨੂੰ ਤਿਆਗ ਕੇ ਸਭ ਤਪਾਂ ਵਿੱਚ ਸਿੱਟ ਤਪ ਜੋ ਗੁਰੂ ਦਾ ਦਿੱਤਾ ਹੋਇਆ ਕੀ ਗਿਆਨ ਹੈ, ਸਮਤ ਹੈ ਗੁਰੂ ਦੀ ਬਖਸ਼ੀ। ਇਹ ਦੁਆਰਾ ਆਪ ਦੀ ਸ਼ਰਨਾਗਤ ਨੂੰ ਕੀ ਪ੍ਰਭੂ ਪ੍ਰਾਪਤ ਹੋਇਆ, ਤੇਰੀ ਸ਼ਰਨ ਲਈ। ਭਗਤ ਜਨ ਪੈ ਹਰਨ ਪਰਮਾਨੰਦ ਕਰੋ ਰਦਾਨ। हे ਭਗਤ ਜਨਾਂ ਨੂੰ ਭੈ ਖਰਨ ਹਾਰੇ, हे ਪਰਮਾਨੰਦ ਰੂਪ ਮੇਰੇ ਵਾਹਿਗੁਰੂ, ਮੇਰੇ ਆਵਾਗਮਨ ਦਾ ਅੰਤ ਕਰੋ, ਮੈਂ ਨਿਧਾਨ ਨੂੰ ਪਰਮਾਨੰਦ ਦੀ ਪ੍ਰਾਪਤੀ ਕਰੋ, ਬਖਸ਼ਿਸ਼ ਕਰੋ। ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। हे ਪ੍ਰਭੂ, ਸੰਤ ਜੋ ਤੇਰਾ ਸਰੀਰ ਹੈ, ਸਾਧ ਰੂਪ ਆਪਣਾ ਤਨ ਧਾਰਿਆ, ਸਤਿਗੁਰਾਂ ਦੇ ਬਚਨ ਨੇ। ਭੱਟ ਜੀ ਕਹਿੰਦੇ ਨੇ, हे ਮੇਰੇ ਪਰਿਪੂਰਨ ਪਰਮਾਤਮਾ, ਸੰਤ ਤੁਜੀ ਤਨ ਸੰਗਤ ਪ੍ਰਾਨ। ਸੰਤ ਜੋ ਤੇਰਾ ਤਨ ਹੈ, ਤੇਰਾ ਸਰੀਰ ਹੈ, ਜਿਨ੍ਹਾਂ ਦੀ ਸੰਗਤ ਮੇਰੇ ਪ੍ਰਾਣ ਨੇ। ਸਤਿਗੁਰੂ ਦੇ ਦਿੱਤੇ ਹੋਏ ਗਿਆਨ ਸੇ ਇਹ ਜਾਣਿਆ ਕਿ ਸੰਤ ਦੇਵਤਿਆਂ ਦੇ ਵੀ ਪ੍ਰਕਾਸ਼ਕ ਨੇ। ਜੋ ਸੰਤ ਨੇ, ਦੇਵੀ ਦੇਵਤੇ ਵੀ ਸੰਤਾਂ ਨੂੰ ਚਾਹੁੰਦੇ ਨੇ, ਪੂਜਦੇ ਨੇ, ਜਨ ਪਸਦੇ। ਭਗਤ ਰਵਿਦਾਸ ਮਹਾਰਾਜ ਜੀ ਬਚਨ ਕਹਿੰਦੇ ਨੇ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇ। ਸੰਤ ਭਗਤ ਦੇਵਤਿਆਂ ਦੇ ਵੀ ਪ੍ਰਕਾਸ਼ਕ ਨੇ, ਪੂਜਣ ਯੋਗ ਨੇ। ਸੰਤ ਜੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਬਾਜੈ ਦੀਜੈ ਦੇਵਾ ਦੇਵ। हे ਦੇਵਤਿਆਂ ਦੇ ਪ੍ਰਕਾਸ਼ ਅਕਾਲ ਪੁਰਖ, ਸੰਤਾਂ ਦੀ ਮੈਨੂੰ ਸੰਗਤ ਬਖਸ਼। ਤੇਰੇ ਜਨਾਂ ਦੀ ਸੰਗਤ ਕਰਾਂ, ਇਬਾਦਤ ਕਰਾਂ, ਇਹ ਬਖਸ਼ਿਸ਼ ਮਹਿਰਾਮਤ ਕਰ। ਸੰਤਾਂ ਦੀ ਕਥਾ ਵਿੱਚ ਮੇਰਾ ਮਨ ਪ੍ਰੇਮ ਹੋਵੇ, ਰਸ ਆਵੇ, ਇਹ ਬਖਸ਼ਿਸ਼ ਕਰ। ਸੰਤ ਪ੍ਰੇਮ ਬਾਜੈ ਦੀਜੈ ਦੇਵਾ ਦੇ। ਸੰਤਾਂ ਦੇ ਚਰਨਾਂ ਵਿੱਚ ਮੈਨੂੰ ਪ੍ਰੇਮ ਦੇ, ਇਹ ਬਖਸ਼ਿਸ਼ ਕਰ। ਕਿਉਂਕਿ ਤੇਰੀ ਕਿਰਪਾ ਤੋਂ ਬਿਨਾਂ ਨਹੀਂ, ਤੂੰ ਬਖਸ਼ਿਸ਼ ਕਰੇਂਗਾ।
ਬੁਲਾਉਂਦਾ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਿਰਪਾ ਤੇਰੀ ਹੈ। ਸੰਤ ਆਚਰਨ ਸੰਤ ਚੋ ਮਾਰਗ, ਸੰਤ ਚ ਓਲਕ ਓ ਲੱਗਣੀ। ਸੰਤਾਂ ਕੀ ਜੈਸਾ ਮੇਰਾ ਆਚਰਨ ਹੋਵੇ। ਭਗਤ ਜੀ ਕਹਿੰਦੇ ਨੇ ਪ੍ਰਭੂ ਸੰਤਾਂ ਜੈਸਾ ਮੇਰਾ ਆਚਰਨ ਹੋ ਜਾਵੇ। ਸੰਤਾਂ ਰਸਤੇ ਮੈਂ ਚੱਲਾਂ, ਬਾਰਕ ਸੰਤਾਂ ਦਾ ਅਪਣਾਵਾਂ। ਸੰਤ ਚ ਓਲਕ ਉਹ ਲੱਗਣੀ। ਸੰਤਾਂ ਨੂੰ ਜੋ ਲਗਨ ਲੱਗੀ ਉਹੀ ਮੈਨੂੰ ਵੀ ਲੱਗ ਜਾਵੇ। ਮੈਂ ਵੀ ਉਪਾਸ਼ਕ ਹੋ ਜਾਵਾਂ, ਜੁਪਣ ਲੱਗ ਜਾਵਾਂ। ਸੰਤਾਂ ਦੇ ਦਾਸਾਂ ਦਾ ਮੈਂ ਦਾਸ ਚਾਕਰ ਬਣ ਜਾਵਾਂ। ਔਰ ਇੱਕ ਮੰਗੋ ਭਗਤ ਚਿੰਤਾਮਣ, ਜਣੀ ਲਖਾਓ ਸੰਤ ਪਾਪੀ ਸਣ। ਇੱਕ ਆਪ ਦੀ ਭਗਤ ਜੋ ਚਿੰਤਾਮਣੀ ਰੂਪ ਹੈ ਸੋ ਮੰਗਦਾ ਹਾਂ। ਔਰ ਦੁਸ਼ਟ ਪਾਪੀਆਂ ਦਾ ਮੈਨੂੰ ਸਾਥ ਮਤ ਲਖਾਵੋ, ਮਤ ਦਿਖਲਾਵੋ। ਜਣੀ ਲਖਾਵੋ ਅਸੰਤ ਪਾਪੀ ਸਣ। ਦੁਸ਼ਟ ਪਾਪੀਆਂ ਦਾ ਮਨ ਮੁਖਾਂ ਦਾ ਸਾਖਤਾਂ ਦਾ ਸੰਗ ਨਾ ਦਿਓ। ਇਹ ਕਿਰਪਾ ਕਰਿਓ। ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਭਗਤ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਪਿਆਰੇ, ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਇਹ ਸੁਆਮੀ ਗੁਰੂ ਗਿਆਨ ਕਰਕੇ ਇਸ ਭੇਦ ਨੂੰ ਉਹ ਜਾਣਦਾ ਹੈ। ਜੋ ਜਾਣਦਾ ਗੁਰੂ ਗਿਆਨ ਕਰਕੇ ਸੋ ਜਾਣਦਾ ਹੈ। ਸੋ ਗਿਆਨੀ ਐਸੇ ਜਾਣਦਾ ਕਿ ਸੰਤ ਤੇ ਪਰਮੇਸ਼ਰ ਵਿੱਚ ਭੇਦ ਹੀ ਨਹੀਂ, ਇੱਕ ਰੂਪ ਨੇ। ਸੰਤ ਅਨੰਤ ਹੈ ਅੰਤਰ ਨਾਹੀ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜਿਤ ਰੰਗ ਦਿਓ, ਜਲ ਹੀ ਵਿਖੈ ਸਮਾਹੀ। ਇੱਕ ਨੇ ਸੰਤ ਤੇ ਪ੍ਰਭੂ ਵਾਹਿਗੁਰੂ ਇੱਕ ਨੇ। ਆਸਾ ਤੁਮ ਚੰਦਨ ਹਮ ਅਰੇਂਡ ਵਾਪਰੇ, ਸੰਗ ਤੁਮਾਰੇ ਵਾਸਾ। ਨੀਚ ਰੂਖ ਤੇ ਊਚ ਭਏ, ਗੰਧ ਸੁਗੰਧ ਨਵਾਸਾ। हे स्वामी, हे मेरे वाहिगुरु, तुसी तो बाबल चंदन हो, असी विचारे रीत जात एरंड हां। तो तेरे संग विच साडा वासा होया, तेरी संगत विच जो आए। जे चंदन की सुगंधी से अरेंड विच गंध दा निवास हो के नीच बिरखां ते ऊच हो जाते पए। तैसी असी जीव अरेंड तेरी संग करके तेरा स्वरूप होए हैं। कबीर चंदन का बिरबा भला, बेड़ियों ढाक पलास, वही भी चंदन होए रे बसे जो चंदन पास। वो चंदन का रूप हो कि प्रभु असी भी तेरे जीव अरेंड ते संग करके तेरा स्वरूप होए। क्योंकि तेरिया बख्शिशां ढाक भला सब चंदन रूप हो जाते हैं। माधो संत संगत सरद तुम्हारी, हम औगन तुम उपकारी। हे माधव, मैंने तेरी सत संगत की छंड लई, सो असी औगण खारे तुसी उपकार करन हारे उपकारी। वादो संत संगत सजन तुम्हारी, हम औगन तुम उपकारी। असी तो औगण खारे तू उपकारी ना, सब अब गुण मह गुण नहीं कोई। क्यों कर कंत बुलावा होई, तू आप बख्शिश कर। ज्यों जानो त्यों राख, हर प्रभ तेरी हाँ प्रभु। ज्यों भी जानो रख लवो तेरी हाँ। तुम मख तूल सफेद सबियल, हम बपरे जस कीरा। सफेद रंग के पीले रंग दे दुशाले रेशमी वस्त्र हो, असी बेचारे ऐसे हैं जैसे कीड़ा होता।
ਭਾਵੇਂ ਕਿ ਜਦ ਕੀੜਾ ਦੁਸ਼ਾਲੇ ਨੂੰ ਕੱਟਦਾ ਹੈ ਪਰੰਤੂ ਦੁਸ਼ਾਲਾ ਉਸਦੀ ਰੱਖਿਆ ਕਰਦਾ ਹੈ ਕੀੜੇ ਦੀ। ਤੈਸੇ ਅਸੀਂ ਆਪ ਦੇ ਗੁਣਾਂ ਦੇ ਵਿਗਨੀ ਆਪ ਰੱਖਿਆ ਫਿਰ ਵੀ ਕਰਦੇ। ਤਾਂ ਨਾਮ ਜਸ ਰੇਸ਼ਮ ਹੈ। ਅਸੀਂ ਵਿਚਾਰੇ ਕੀੜੇ ਜਿਸ ਤੇ ਰੇਸ਼ਮ ਪ੍ਰਗਟ ਹੁੰਦਾ। ਤੈਸੇ ਹੀ ਆਪ ਦੇ ਜਸ ਦੀ ਪ੍ਰਗਟਤਾ ਹੋਣੇ ਤੇ ਦਾਸਾਂ ਦੀ ਸੇਵਾ ਹੁੰਦੀ ਹੈ। ਅਸੀਂ ਰੇਸ਼ਮ ਹੋ ਅਸੀਂ ਟਾਟ, ਆਪ ਸੂਖਮ ਅਸੀਂ ਮੋਟੇ ਅਸੂਲ ਦ੍ਰਿਸ਼ਟੀ ਹੈ। ਅਸੀਂ ਵਪਰੇ ਤੇਰਾ ਜਸ ਕਰਨ ਵਾਲੇ ਹਮ ਵਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। हे माधव यही अरदास बेनती है प्रभु तेरे सत संगत विच मिले रहिए जुड़े रहिए। जैसे सहत विच मक्खियां मिलियां रहंदियां ने। जाति ओछा पाती ओछा ओछा जन्म हमारा। भगत रविदास महाराज जी फरमाउंदे ने ये स्वामी मैं जाति करके सब तो छोटा था। चमार मेरी जात है जुतियां गंढण वाला जाति होछा पाती होछा होछा जन्म हमारा। पंग तो भी छोटा कंगाल करता मेरा जन्म है। राजा राम की सेवना की कह रविदास चमारा। भगत रविदास महाराज जिस समय भगत जी का जन्म होया भगत जी ने अपनी मां का दुध नहीं चंगिया। कोई पिछले जन्म का बड़ा